सत्कारयोग गुरु सवारी गुरु प्यारी। गुरु का खास रूप खालसा साध संगत जियो। सतगुरां दी अत्यंत बख्शिश दे सदका ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜੁੜ ਮਿਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਬੈਠ ਕਰਕੇ ਪਾਤਸ਼ਾਹ ਦੇ ਅੰਮ੍ਰਿਤਮਈ ਬੋਲਾਂ ਨੂੰ ਪੜ੍ਹਦੇ ਸੁਣਦੇ ਸ਼ਰਧਾ ਭਾਵਨਾ ਦੇ ਨਾਲ ਆ ਰਹੇ ਹਾਂ। ਸਤਿਗੁਰੂ ਗਰੀਬ ਨਵਾਜ਼ ਦਿਆਲੂ ਕਿਰਪਾਲੂ ਪ੍ਰਭੂ ਜੀ ਸਾਡੇ ਕਲਯੁਗੀ ਜੀਵਨ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਬਾਰ-ਬਾਰ ਸਮਝਾਉਣ ਦਾ ਯਤਨ ਪਏ ਕਰਦੇ ਨੇ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਕਰਨ ਕਾਰਨ ਕਾਦਰ ਸਮਰੱਥ ਗੁਰੂ ਜੀ ਤਿੰਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਕਈ ਦਿਨਾਂ ਤੋਂ 3-4 ਦਿਨਾਂ ਤੋਂ ਲੈ ਕੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰਦੇ ਆ ਰਹੇ ਹਾਂ। ਉਹਨਾਂ ਦੇ ਸਮੁੰਦਰਮਈ ਇਤਿਹਾਸ ਜੀਵਨ ਦੇ ਵਿੱਚੋਂ ਮੋਟੀਆਂ-ਮੋਟੀਆਂ ਤਰੰਗਾਂ ਕੁਝ ਉਹਨਾਂ ਦੇ ਬੁਲਬੁਲੇ ਜਿਹੜੇ ਨੇ ਉਹਨਾਂ ਨੂੰ ਆਪਾਂ ਰਲ ਮਿਲ ਕੇ ਵਿਚਾਰਦੇ ਆ ਰਹੇ ਹਾਂ। ਆਓ ਬੜੀ ਭਾਵਨਾ ਨਾਲ ਜਿਸ ਮੁਕਾਮ ਤੇ ਕੱਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਛੱਡਿਆ ਆਪਾਂ ਉਸ ਸਥਾਨ ਤੋਂ ਮੋਟੇ-ਮੋਟੇ ਰੂਪ ਅੰਦਰ ਅੱਗੇ ਵਾਚਨਾ ਹੈ। ਆਪਾਂ ਨੇ ਆਪਣੀ ਸੁਰਤ ਨੂੰ ਟਿਕਾ ਕੇ ਇਕਾਗਰਤ ਚਿੱਤ ਹੋ ਕੇ ਚਿੱਤ ਨੂੰ ਵਿਚਲਣ ਤੋਂ ਔਰ ਟਿਕਾ ਕਰ ਆਪਣੀ ਸੁਰਤ ਭਾਵੇਂ ਤਨ ਕਰਕੇ ਭਦੌੜ ਦੇ ਅੰਦਰ ਬੈਠੇ ਆ, ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਆ। ਆਪਣੀ ਸੁਰਤ ਨੂੰ ਟਿਕਾ ਕੇ ਬਾਬਾ ਬਕਾਲਾ ਸਾਹਿਬ ਲੈ ਕੇ ਚੱਲੀਏ, ਜਿਹੜੀ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਪ੍ਰਾਰੰਭ ਹੁੰਦਾ ਹੈ ਤੇ ਸੱਚੀ ਸਰਕਾਰ ਕੀ ਬਚਨੋਂ ਬਲਾਸ ਕਰ ਰਹੇ ਨੇ। ਆਓ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਆਪ ਸੱਜ ਮਿਲ ਬੈਠਦੇ ਹੋ। ਧਿਆਨ ਧਰ ਕੇ ਸੁਰਤ ਨੂੰ ਉਸ ਪਾਸੇ ਬਾਬੇ ਬਕਾਲੇ ਦੀ ਧਰਤੀ ਵੱਲ ਨੂੰ ਸਫ਼ਰ ਵਿੱਚ ਕਰੀਏ, ਉੱਥੇ ਲੈ ਕੇ ਚੱਲੀਏ। ਫਤਿਹ ਕਰੋ ਪ੍ਰਵਾਨ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਤੇਗ ਬਹਾਦਰ ਕਰਨ ਕਾਰਨ ਕਾਦਰ ਮਹਾਰਾਜ ਭਾਈ ਮੇਰੇ ਗੁਰਸਿੱਖ ਦੇ ਘਰ ਅੰਦਰ ਨੇ। ਇੱਧਰੋਂ ਗੋਇੰਦਵਾਲ ਦੀ ਧਰਤੀ ਤੋਂ ਬਾਬਾ ਅਰਜਾਨੀ ਜੀ ਦਾ ਪੁੱਤਰ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਵਿੱਚੋਂ ਬਾਬਾ ਦਵਾਰਕਾ ਦਾਸ ਪਹੁੰਚੇ ਨੇ। ਭਾਈ ਗੜੀਆ ਜੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਨੇ ਔਰ ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਦੀ ਵੰਸ਼ ਦੇ ਵਿੱਚੋਂ ਮਹਾਂਪੁਰਸ਼ ਭਾਈ ਗੁਰਦਿੱਤਾ ਜੀ ਪਹੁੰਚੇ ਨੇ। ਇਹਨਾਂ ਸੱਜਣਾ ਨੇ ਆ ਕਰਕੇ, ਕੋਈ ਸੰਗਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਬੈਠਣਾ ਕੀਤਾ।
ਇੰਨੇ ਨੂੰ ਦੀਵਾਨ ਦਰਗਾਹ ਮਲਵੀ ਪਹੁੰਚੇ ਨੇ। ਉਹਨਾਂ ਨੇ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ। ਭਾਈ ਗੁਰਦਿੱਤੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦਾ ਮਹਾਂਪੁਰਸ਼ ਹੈ। ਇੱਕ ਬਾਬਾ ਗੁਰਦਿੱਤਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪੁੱਤਰ ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੱਡੇ ਭਰਾਤਾ ਜੀ। ਇਹ ਭਾਈ ਗੁਰਦਿੱਤਾ ਰੰਧਾਵਾ ਹੈ, ਬਾਬੇ ਬੁੱਢੇ ਦੀ ਅੰਸ਼ ਬੰਸ਼ ਦੇ ਵਿੱਚੋਂ। ਔਰ ਸੱਚੀ ਸਰਕਾਰ ਮੱਖਣ ਸ਼ਾਹ ਲਬਾਣਾ ਆਇਆ ਹੈ। ਆ ਕੇ ਉਹਨੇ ਆਪਣੇ ਵਿੱਤ ਮੁਤਾਬਕ ਪਰਖ ਕੀਤੀ ਹੈ। ਸਾਰੇ ਭੁਖੰਡੀ ਨਜ਼ਰ ਆਏ ਨੇ। ਸੱਚੀ ਸਰਕਾਰ ਦੇ ਕੋਲ ਪਹੁੰਚਿਆ ਪੁੱਛਦਿਆਂ ਹੋਇਆਂ, ਤੇ ਜਦੋਂ ਉੱਥੇ ਪਹੁੰਚਿਆ ਨਾ, ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਾ ਕੇ ਨਮਸਕਾਰ ਕੀਤੀ, ਦੋ ਮੋਹਰਾਂ ਰੱਖ ਕੇ। ਕਿਉਂਕਿ ਮਨ ਦਾ ਖਿਆਲ ਇਹ ਸੀ ਕਿ ਸੱਚਾ ਗੁਰੂ ਆਪਣੀ ਅਮਾਨਤ ਆਪ ਹੀ ਕਹਿ ਕੇ ਲੈ ਲਵੇ। ਅੰਦਰ ਦੀ ਅਰਦਾਸ ਸੀ, ਪਖੰਡੀਆਂ ਦੇ ਝਮੇਲੇ ਤੋਂ ਗੁਰੂ ਕੀ ਉਸ ਮਾਇਆ ਨੂੰ ਬਚਾਉਣ ਵਾਸਤੇ ਉਸ ਸਿੱਖ ਨੇ ਇਹ ਤਰਤੀਬ ਬਣਾਈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਹੈ। ਮਨ ਨੇ ਕਿਹਾ, ਮਨਾ ਭਾਵੇਂ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ, ਪਰ ਜਿਵੇਂ ਸਿਆਣੇ ਕਹਿੰਦੇ ਆ, ਦੁੱਧ ਤੱਤੇ ਦਾ ਸੜਿਆ ਹੋਇਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ ਏ। ਮਨ ਅਜੇ ਡੋਲਦਾ ਪਿਆ। ਸੋ ਮਹਾਰਾਜ ਦੇ ਅੱਗੇ ਮੱਖਣ ਸ਼ਾਹ ਲਬਾਣੇ ਨੇ ਦੋ ਮੋਹਰਾਂ, ਕਿਸੇ ਲਿਖਿਆ ਕਿਸੇ ਪੰਜ ਲਿਖਿਆ ਹੈ, ਔਰ ਰੱਖ ਕੇ ਮਸਤਕ ਟੇਕਿਆ। ਮੇਰੀ ਸੱਚੀ ਸਰਕਾਰ ਨੇ ਮੁਬਾਰਕ ਨੇਤਰ ਪ੍ਰਕਾਸ਼ ਕੀਤੇ ਨੇ। ਮੱਖਣ ਸ਼ਾਹ ਵੱਲੇ ਤੱਕਿਆ, ਕਹਿਣ ਲੱਗੇ, ਆਪਣੇ ਮੋਢੇ ਤੋਂ ਉਸ ਕੱਪੜੇ ਨੂੰ ਸਰਕਾਇਆ। ਭਾਵੇਂ ਗੁਰੂ ਨੇ ਆਤਮਕ ਸ਼ਕਤੀ ਨਾਲ ਬੇੜਾ ਉਹਦਾ ਬੰਨੇ ਲਾਇਆ ਹੈ, ਪਰ ਦਿਖਾਉਣ ਵਾਸਤੇ, ਉਹਨੂੰ ਭਰੋਸਾ ਦਿਵਾਉਣ ਵਾਸਤੇ ਕਹਿਣ ਲੱਗੇ, ਨਾਵ ਡੁੱਬਦੀ ਸਿੱਖਾ ਤੁਮ, ਦੀਨੀ ਕੰਢੇ ਹਮ ਲਗਾਏ, ਕੰਧੇ ਘਾਸੀ ਮੁਇ ਪਰੀ, ਕਿਉਂ ਰਾਖੋ ਵਸਤ ਛੁਪਾਏ। ਕਿਉਂ ਵਸਤ ਨੂੰ ਛੁਪਾ ਕੇ ਰੱਖਦਾ, ਜਿਹੜੀ ਕਿਹਾ ਸੀ ਗੁਰੂ ਕੀ ਦਸਵੰਧ ਦੀ ਮਾਇਆ, ਔਰ ਕਿਉਂ ਇਹਨੂੰ ਲੁਕਾ ਕੇ ਰੱਖਦਾ ਹੈ। ਦੇਖ, ਅਸੀਂ ਤੇਰਾ ਬੇੜਾ ਬੰਨੇ ਲਾਇਆ। ਮੱਖਣ ਸ਼ਾਹ ਚਰਨਾਂ ਤੇ ਡਿੱਗ ਪਿਆ ਹੈ। ਮੱਖਣ ਸ਼ਾਹ ਨੇ ਔਰ ਮਾਇਆ ਵੀ ਭੇਟ ਕੀਤੀ, ਤੇ ਮੱਖਣ ਸ਼ਾਹ ਚਰਨਾਂ ਤੇ ਡਿੱਗਾ। ਇੰਨਾ ਰੋਇਆ ਕਿ ਦਾਤਾ, ਸਭ ਪਖੰਡੀ ਬੈਠੇ ਆ। ਮੈਨੂੰ ਪਤਾ ਸੀ ਸੂਰਜ ਆਪਣਾ ਸੁਭਾਅ ਬਦਲ ਸਕਦਾ ਹੈ, ਅੱਗ ਠੰਡੀ ਹੋ ਸਕਦੀ ਏ, ਪਹਾੜ ਖੰਭ ਲਾ ਕੇ ਉੱਡ ਸਕਦੇ ਆ, ਪਰ ਮੇਰੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜੋ ਬਚਨ ਕਹੇ ਆ, ਉਹ ਬਾਬਾ, ਉਹ ਗੁਰੂ ਬਕਾਲੇ ਦੇ ਅੰਦਰ ਹੀ ਮਿਲੇਗਾ, ਕਿਤੇ ਹੋਰ ਨਹੀਂ। ਸੱਚੀ ਸਰਕਾਰ ਨੇ ਮੁੰਡ ਪਲੋਸਿਆ, ਸਿਰ ਤੇ ਹੱਥ ਰੱਖਿਆ ਹੈ। ਮੱਖਣ ਸ਼ਾਹ ਕਹਿੰਦਾ, ਦਾਤਾ, ਜਿੰਨੀਆਂ ਤੇਰੀਆਂ ਸੰਗਤਾਂ ਨੇ ਸਾਰੀਆਂ ਹੀ ਪਖੰਡੀਆਂ ਦੇ ਜਾਲ ਵਿੱਚ ਫਸੀਆਂ ਨੇ। ਸੱਚਾ ਮਿਲਦਾ ਨਹੀਂ, ਤੇ ਦਾਤਿਆ ਅੰਦਰ ਨੂੰ ਸ਼ਾਂਤੀ ਟਿਕਾਊ ਕਿਸੇ ਦੇ ਆਉਂਦਾ ਨਹੀਂ ਹੋ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਮੱਖਣ ਸ਼ਾਹ ਚੁੱਪ ਕਰ ਜਾ, ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ। ਕੋਲ ਰਸ ਹੋਵੇ ਔਰ ਫੁੱਲ ਵਿੱਚ ਸੁਗੰਧੀ ਹੋਵੇ, ਭਵਰਿਆਂ ਨੂੰ ਚਿੱਠੀਆਂ ਨਹੀਂ ਪਾਉਣੀਆਂ ਪੈਂਦੀਆਂ। ਮਿੱਠਾ ਰੱਖਿਆ ਹੋਵੇ ਘਰ ਦੇ ਅੰਦਰ, ਤੇ ਕੀੜੀਆਂ ਆਪਣੇ ਆਪ ਹੀ ਪਹੁੰਚ ਜਾਂਦੀਆਂ ਨੇ। ਅੰਦਰ ਵਾਹਿਗੁਰੂ ਦਾ ਨਾਮ ਟਿਕਾਓ, ਉਹਦੇ ਰਸੀਏ ਆਪੇ ਭਾਲ ਲੈਣਗੇ। ਮੱਖਣ ਸ਼ਾਹ ਕਹਿਣ ਲੱਗਾ, ਨਹੀਂ ਦਾਤਾ, ਔਰ ਇਹ ਪਖੰਡੀਆਂ ਤੋਂ ਸੰਗਤ ਨੂੰ ਬਚਾਇਆ ਜਾਏ। ਤੇ ਗੁਰੂ ਸਾਹਿਬ ਕਹਿੰਦੇ, ਮੱਖਣ ਸ਼ਾਹ, ਤੈਨੂੰ ਦੱਸਿਆ ਨਹੀਂ ਕਿ ਜਿਹੜਾ ਸਾਨੂੰ ਪ੍ਰਗਟ ਕਰੇ ਉਹਦਾ ਮੁਖ ਕਾਲਾ ਕੀਤਾ ਜਾਏਗਾ। ਇਹ ਭੈਦਾਇਕ ਬਚਨ ਸਨ, ਸਰਾਫ ਵਾਲੇ ਨਾ ਇਹਨੂੰ ਲੈ ਲੈਣਾ। ਔਰ ਗੁਰੂ ਨੇ ਬਚਨ ਕਹੇ, ਤੇ ਮੱਖਣ ਸ਼ਾਹ ਗੁਰੂ ਨੂੰ ਮੱਥਾ ਟੇਕ ਕੇ ਆਇਆ। ਕਹਿੰਦਾ, ਜੇ ਸੰਗਤ ਗੁਰੂ ਨੂੰ ਮਿਲ ਜਾਵੇ ਤੇ ਮੁਖ ਤੇ ਕਾਲਖ ਮਲ ਕੇ ਗੁਰੂ ਨੂੰ ਪ੍ਰਗਟ ਕਰ ਦੇਵਾਂ,
ਤੇ ਔਰ ਦੁਨੀਆ ਦੇ ਹਰ ਹਿਰਦੇ ਵਿੱਚ ਚਾਨਣਾ ਹੋ ਜਾਵੇ। ਕਹਿੰਦਾ ਇਹ ਤਾਂ ਸੌਦਾ ਹੀ ਬੜਾ ਸਸਤਾ, ਇਹ ਬਹੁਤ ਸਸਤਾ ਸੌਦਾ। ਉਹਨੇ ਆਪਣੇ ਮੁਖ ਤੇ ਕਾਲਖ ਮਲੀ ਤੇ ਪਿਆਰਿਓ ਉੱਚੇ ਚੜ ਕੇ ਪੱਲੂ ਫਿਰ ਕੇ ਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਭੁੱਲੀਏ ਸੰਗਤੇ, ਗੁਰ ਲਾਧੋ ਮੋਰ। ਮੇਰਾ ਗੁਰੂ ਲੱਭ ਗਿਆ ਜੇ ਸੱਚਾ, ਸੱਚਾ ਗੁਰੂ। ਇੱਧਰ ਦੇ ਗੁਰੂ ਤੇਗ ਬਹਾਦਰ ਸਾਹਿਬ ਤੇ ਜਦੋਂ ਇਹ ਆਵਾਜ਼ ਸੁਣੀ ਤੇ ਸਤਿਗੁਰੂ ਸਾਹਿਬ ਕਹਿੰਦੇ ਮੱਖਣ ਸ਼ਾਹ ਨੂੰ ਕਿਹਾ ਸੀ ਇਹ ਗੱਲ ਨਹੀਂ ਕਰਨੀ, ਉਹਨੂੰ ਪਤਾ ਨਹੀਂ, ਅਸੀਂ ਕਿਹਾ ਸੀ ਮੁੱਖ ਕਾਰਾ ਕਰਾਂਗੇ। ਤੇ ਭਾਈ ਗੜੀਏ ਨੇ ਹੱਥ ਜੋੜ ਕੇ ਕਿਹਾ ਸੀ ਦਾਤਾ ਤੇਰੇ ਬਚਨਾਂ ਨੂੰ ਪੂਰਾ ਕੀਤੀ ਬੈਠਾ ਹੈ। ਸਾਹਮਣੇ ਆਇਆ ਮਹਾਰਾਜ ਤੇਰਾ ਹੁਕਮ ਹੋਵੇ, ਤੇਰੇ ਬਚਨ ਹੋਣ ਤੇ ਸਿੱਖ ਉਹਨੂੰ ਮੰਨੇ ਨਾ, ਇਹ ਕਿਤੇ ਹੋ ਸਕਦਾ ਹੈ। ਮੇਰੀ ਸੱਚੀ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖਣ ਸ਼ਾਹ ਨੂੰ ਛਾਤੀ ਨਾਲ ਲਾਇਆ, ਮੱਖਣ ਸ਼ਾਹ ਤੂੰ ਕਹਿ ਦਿੰਦਾ ਤਾਂ ਵੀ ਇਹ ਕੁਝ ਹੋ ਜਾਂਦਾ। ਔਰ ਮੇਰੀ ਸੱਚੀ ਸਰਕਾਰ ਨੇ ਆਪ ਮੁੱਖ ਉਹਦਾ ਧੁਆਇਆ, ਆਪ ਕੋਲ ਬਿਠਾਇਆ। ਇਹ ਤੇਰਾ ਪਰਉਪਕਾਰ ਸੰਗਤ ਤੇ ਹੈ, ਕਦੇ ਨਹੀਂ ਸੰਗਤ ਭੁੱਲੇਗੀ। ਸੱਚੀ ਸਰਕਾਰ ਕਹਿੰਦੇ ਤੇਰੇ ਮੁਖ ਵਿੱਚੋਂ ਗੁਰੂ ਗੁਰੂ ਨਿਕਲੇ, ਤੇਰੇ ਅੰਤਸ਼ਕਰਨ ਦੇ ਉੱਪਰ ਜਿਹੜੀ ਜਨਮਾਂ ਜਨਮਾਂਤਰਾਂ ਦੀ ਕਾਲਖ ਲੱਗੀ ਆ ਨਾ, ਮਨ ਕਾਲਾ ਹੁਆ ਸਿਆਹੋ, ਤੂੰ ਗੁਰੂ ਗੁਰੂ ਪੁਕਾਰ ਉੱਚੇ ਤੇ ਗੁਰੂ ਕਿਰਪਾ ਕਰੇਗਾ। ਉਹ ਬਾਹਰ ਦੇ ਮੁਖ ਤੋਂ ਕਾਲਖ ਵੀ ਲਾਉਂਦਾ ਈ, ਅੰਦਰ ਦਾ ਅਗਿਆਨਤਾ ਦਾ ਅੰਧੇਰਾ ਵੀ ਮਿਟਾਉਂਦਾ। ਗੁਰੂ ਪ੍ਰਗਟ ਹੋ ਗਏ ਨੇ ਬੁਕਾਲੇ ਦੇ ਅੰਦਰ, ਸੰਗਤ ਨੂੰ ਪਤਾ ਲੱਗਿਆ ਤੇ ਸਾਧ ਸੰਗਤ ਔਰ ਜਿੰਨੀਆਂ ਸੰਗਤਾਂ ਸੀ ਟੁੱਟ ਕੇ ਪੈ ਗਈਆਂ। ਜਿੰਨੀ ਜਿੰਨੀ ਭੇਟਾ, ਕਿਸੇ ਬਸਤਰ, ਕਿਸੇ ਸ਼ਸਤਰ, ਕਿਸੇ ਕੁਝ ਭੇਟਾ ਮਾਇਆ ਰੱਖੀ ਤੇ ਜਿੰਨੇ ਸਨ ਪਖੰਡੀ ਬਹੁਤ ਤਾਦ ਅੰਦਰ ਮੰਜੀਆਂ ਚੁੱਕ ਕੇ ਭੱਜ ਗਏ। ਹੁਣ ਸਾਡਾ ਕੁਝ ਨਹੀਂ ਜੇ ਵੱਟੀ ਦਾ। ਤੇ ਉੱਥੇ ਇੱਕੋ ਰਹਿ ਗਿਆ ਧੀਰ ਮੱਲ, ਜਿਹਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਰੂਪ ਸੀ। ਔਰ ਪਿਆਰਿਓ ਧੀਰ ਮੱਲ ਦੇ ਨਾਲ ਉਹਦਾ ਸਹਾਇਕ ਸੀ ਸ਼ੀਹਾਂ ਮਸੰਦ। ਸ਼ੀਹਾਂ ਮਸੰਦ ਕਹਿਣ ਲੱਗਾ ਧੀਰ ਮੱਲ ਨੂੰ, ਧੀਰ ਮੱਲਾ ਬਾਜੀ ਹੱਥੋਂ ਨਿਕਲ ਗਈ, ਹੁਣ ਪੱਲੇ ਕੁਝ ਨਹੀਂ। ਧੀਰ ਮੱਲ ਕਹਿੰਦਾ ਕੀ ਕੀਤਾ ਜਾਏ? ਕਹਿਣ ਲੱਗਾ ਸਜਣਾ ਅੱਜ ਇੰਨਾ ਧਨ ਆਪਾਂ ਕਦੇ ਨਹੀਂ ਵੇਖਿਆ ਜਿੰਨਾ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਚੜਾਵਾ ਚੜ ਗਿਆ। ਦੇਖੋ ਗੁਰੂ ਕੋਲ ਆਉਂਦੀ ਹੈ ਨਾ ਸੰਗਤ, ਤੇ ਬਹੁਤਿਆਂ ਦੀ ਨਿਗਾਹ ਇਹ ਹੁੰਦੀ ਹੈ ਚੜਾਵਾ ਕਿੰਨਾ ਚੜਿਆ ਹੋਇਆ। ਇਹ ਵੇਖ ਲਿਆ ਜੇ ਸ਼ੀਹੇ ਮਸੰਦ ਵਾਲੀ ਤੇ ਧੀਰ ਮੱਲ ਵਾਲੀ ਬਿਰਤੀ ਆ। ਇਹ ਨਹੀਂ ਦੇਖਿਆ ਮੇਰੇ ਗੁਰੂ ਤੋਂ ਸਿੱਖ ਔਰ ਆਪਾ ਕੁਰਬਾਨ ਕਰ ਦਿੰਦਾ ਹੈ, ਔਰ ਸਿੱਖ ਗੁਰੂ ਦੇ ਚਰਨਾਂ ਤੇ ਆਪਾ ਸਮਰਪਣ ਕਰ ਦਿੰਦਾ ਹੈ। ਕਹਿਣ ਲੱਗਾ ਧਨ ਚਾਹੀਦਾ ਹੈ। ਧੀਰ ਮੱਲ ਨੂੰ ਕਹਿੰਦਾ ਇਹ ਸਭ ਕੁਝ ਮਿਲ ਸਕਦਾ ਹੈ। ਕਿਵੇਂ? ਕਹਿਣ ਲੱਗੀ ਅੱਜ ਇੱਕ ਗੋਲੀ ਇਹਦੇ ਮੱਥੇ ਵਿੱਚ ਮਾਰ, ਇਹ ਖਤਮ ਹੋ ਜਾਏਗਾ, ਧਨ ਵੀ ਆਪਣਾ ਤੇ ਗੁਰੂ ਤੂੰ ਪ੍ਰਗਟ ਹੋ ਜਾਏਗਾ। ਗੁਰੂ ਦਾ ਦਾਅਵੇਦਾਰ ਰਹੇਗਾ ਕੋਈ ਨਹੀਂ। ਤਰਕਾਲਾਂ ਦਾ ਸੂਰਜ ਡੁੱਬਦਾ ਸੀ, ਸੰਗਤਾਂ ਵੀ ਡੇਰਿਆਂ 'ਚ ਚਲੀਆਂ ਗਈਆਂ। ਮੱਖਣ ਸ਼ਾਹ ਅੱਜ ਆਪਣੇ ਔਰ ਪਿਆਰਿਓ ਜਿਹੜਾ ਸੀ ਡੇਰੇ ਨੂੰ ਬੜਾ ਖੁਸ਼ੀ ਦੇ ਨਾਲ ਗਿਆ, ਬਸਤਰਾਂ ਦੀ ਤਿਆਰੀ ਵਿੱਚ ਲੱਗ ਗਿਆ ਕਿ ਦਿਨੇ ਵੱਡੇ ਦੀਵਾਨ ਵਿੱਚ ਔਰ ਸਤਿਗੁਰੂ ਇਹ ਚੋਲਾ ਪਹਿਨ ਕੇ ਆਉਣਗੇ। ਔਰ ਮੱਖਣ ਸ਼ਾਹ ਆਪਣੇ ਡੇਰੇ ਚਲਾ ਗਿਆ ਹੈ ਤੇ ਸੱਚੀ ਸਰਕਾਰ ਮੌਜ ਵਿੱਚ ਆਉਂਦੇ ਨੇ। ਘੋੜੀ ਤੇ ਸਵਾਰ ਹੋਏ ਬਾਹਰ ਨੂੰ ਨਿਕਲੇ ਸੈਰ ਨੂੰ। ਜਦੋਂ ਨਿਕਲੇ ਤੇ ਸ਼ੀਹਾਂ ਮਸੰਦ ਕੋਲੋਂ ਕਹਿੰਦਾ ਧੀਰ ਮੱਲਾ ਸਮਾਂ ਹੱਥੋਂ ਨਾ ਜਾਣ ਦੇ, ਹੁਣ ਗੋਲੀ ਚਲਾ। ਸ਼ੀਹ ਮਸੰਦ ਦੇ ਕਹਿਣ ਤੇ ਧੀਰ ਮੱਲ ਦਾ ਦੁਨਿਆਵੀ ਤੌਰ ਤੇ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਕਾ ਭਤੀਜਾ ਹੈ। ਜਿਹੜਾ ਧੀਰ ਮੱਲ ਹੈ ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹੈ। ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪੁੱਤਰ ਹੈ। ਬਾਬਾ ਗੁਰਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਵੱਡਾ ਭਰਾ ਹੈ। ਧੀਰ ਮੱਲ ਬਾਹਰ ਦੀ ਰਿਸ਼ਤੇਦਾਰੀ ਚੋਂ ਪਿਆਰਿਓ ਔਰ ਜਿਹੜਾ ਹੈ ਭਤੀਜਾ ਲੱਗਦਾ ਹੈ ਤੇ ਅੱਜ ਚਾਚਾ ਆਉਂਦਾ ਹੈ ਗੁਰੂ ਰੂਪ
ਤੇ ਜਦੋਂ ਘੋੜੀ ਤੇ ਸੈਰ ਕਰਕੇ ਵਾਪਸ ਮੁੜੇ ਆਉਂਦੇ ਆ ਨਾ, ਧੀਰ ਮਲ ਨੇ ਸ਼ੀਂਹ ਮਸੰਦ ਦੇ ਕਹਿ ਤੇ ਗੋਲੀ ਚਲਾ ਦਿੱਤੀ। ਜਦੋਂ ਗੋਲੀ ਚੱਲੀ ਤੇ ਘੋੜੀ ਤ੍ਰਿਭਕ ਗਈ ਉਹਦੇ ਖੜਾਕ ਤੋਂ, ਆਵਾਜ਼ ਤੋਂ, ਤੇ ਸੱਚੀ ਸਰਕਾਰ ਬਚ ਗਏ। ਤੇ ਜਦੋਂ ਦੇਖਿਆ ਤੇ ਕੀ ਦੇਖਿਆ, ਧੀਰ ਮਲ ਤੇ ਸ਼ੀਹਾਂ ਮਸੰਦੇ। ਤੇ ਸੱਚੀ ਸਰਕਾਰ ਨੇ ਕਦੇ ਨਹੀਂ ਕਿਹਾ ਕਿ ਧੀਰ ਮੱਲਾ ਤੇਰਾ ਬੇੜਾ ਗਰਕੇ, ਕਦੇ ਨਹੀਂ ਬਚਨ ਬੋਲੇ, ਕਦੇ ਨਹੀਂ ਕਿਹਾ ਸ਼ੀਹਾਂ ਮਸੰਦ ਤੇਰਾ ਰਹੇ ਕੱਖ ਨਾ, ਕਦੇ ਨਹੀਂ ਕਿਹਾ। ਕੀ ਕਹਿੰਦੇ ਆ? ਔਰ ਸੱਚੀ ਸਰਕਾਰ ਕਹਿੰਦੇ ਧੀਰ ਮੱਲ ਤੇਰਾ ਭਲਾ ਹੋਵੇ, ਤੇਰਾ ਗੁਰੂ ਭਲਾ ਕਰੇ, ਗੁਰੂ ਤੈਨੂੰ ਸ਼ਾਂਤੀ ਦਵੇ। ਮਹਾਰਾਜ ਕਹਿੰਦੇ ਧੀਰ ਮੱਲ ਧੀਰ ਭਲੇ, ਧੀਰ ਮੱਲ ਧੀਰ, ਬਹੁ ਬਾਰ ਕਹਿਓ ਸਤਿਗੁਰੂ ਗੁਣੀ ਗਹੀਰ। ਗੁਨਾਂ ਦੇ ਘਰ ਗੁਰੂ ਕਹਿੰਦੇ ਨੇ ਧੀਰ ਮੱਲ ਗੁਰੂ ਤੇਰਾ ਭਲਾ ਕਰੇ, ਗੁਰੂ ਤੇਰਾ ਭਲਾ ਕਰੇ, ਗੁਰੂ ਤੈਨੂੰ ਸਮਤ ਬਖਸ਼ੇ। ਧੀਰ ਮੱਲ ਗੋਲੀਆਂ ਚਲਾਉਣ ਦੇ ਨਾਲ ਸ਼ਾਂਤੀ ਨਹੀਂ ਹੋ, ਅੰਦਰ ਨੂੰ ਸ਼ਾਂਤੀ ਨਾਮ ਨਾਲ ਆਉਣੀ ਹੋ, ਔਰ ਗੁਰੂ ਕਿਰਪਾ ਕਰੇ ਤੈਨੂੰ ਸ਼ਾਂਤੀ ਬਖਸ਼ੇ। ਬਾਬਾ ਸਾਹਿਬ ਨੇ ਬਾਣੀ ਅੰਦਰ ਬਚਨ ਕਹਿਣਾ, ਫਰੀਦਾ ਜੋਤੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਨ ਡੈ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਉਹ ਗੋਲੀ ਚਲਾਉਂਦਾ ਹੈ। ਮਹਾਰਾਜ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ, ਉਹ ਬੁਰਾ ਕਰਦਾ ਹੈ, ਤੂੰ ਉਹਦਾ ਭਲਾ ਕਰ, ਉਹ ਗੋਲੀ ਚਲਾਉਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਧੀਰ ਮੱਲ ਤੇਰਾ ਭਲਾ ਹੋਵੇ। ਸਿੱਖ ਵੀ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਸਾਹਿਬ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਔਰ ਗੁੱਸਾ ਮਾਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਜੇ ਤੂੰ ਔਰ ਭਲਾ ਕਰੇਗਾ ਨਾ, ਔਰ ਬੁਰੇ ਦਾ ਭਲਾ ਕਰੇਗਾ, ਤੇਰੇ ਮਨ ਵਿੱਚ ਗੁੱਸਾ ਨਹੀਂ ਆਵੇਗਾ, ਤੇ ਤੇਰੇ ਪੱਲੇ ਉਹ ਦਾਤਾਂ ਪੈਣਗੀਆਂ ਜਿਨ੍ਹਾਂ ਨੂੰ ਕਦੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਸਭ ਕੁਝ ਸੰਸਾਰ ਵਿੱਚ, ਸਭ ਕੁਝ ਨਹੀਂ, ਸੰਸਾਰ ਦੀਆਂ ਵਸਤੂਆਂ ਵਿੱਚ ਤੇਰੇ ਪੱਲੇ ਸੰਸਾਰ ਦੀਆਂ ਦਾਤਾਂ ਵੀ ਪੈਣਗੀਆਂ, ਨਿਰੰਕਾਰ ਦੇ ਘਰ ਦੀਆਂ ਵੀ ਪੈਣਗੀਆਂ। ਮਹਾਰਾਜ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਸਾਡੀ ਬਿਰਤੀ ਆ, ਅਸੀਂ ਬੁਰਿਆਈ ਲੋਕਾਂ 'ਚ, ਅਛਾਈ ਆਪਣੇ 'ਚ। ਮਹਾਰਾਜ ਕਹਿੰਦੇ ਨਹੀਂ, ਅਛਾਈ ਦੂਜੇ 'ਚ, ਬੁਰਿਆਈ ਆਪਣੇ 'ਚ ਦੇਖ। ਆਪਣੇ ਅੰਦਰੋਂ ਬੁਰਿਆਈ ਖਤਮ ਕਰੇਗਾ, ਅਛਾਈ ਨੂੰ ਗ੍ਰਹਿਣ ਕਰੇਗਾ, ਤੇਰਾ ਭਲਾ ਹੋਵੇਗਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਗੋਲੀ ਚਲਾਉਂਦਾ ਹੈ। ਮਹਾਰਾਜ ਦੇ ਬਾਣੀ ਵਿੱਚੋਂ ਆਵਾਜ਼ ਆਉਂਦੀ ਏ ਕਿ ਸਿੱਖ ਨੂੰ ਇਹ ਇਤਿਹਾਸ ਤੇ ਗੁਰਬਾਣੀ ਜੀਵਨ ਕਮਾਉਣ ਦੀ ਤੇ ਪ੍ਰਭੂ ਨੂੰ ਮਲਾਉਣ ਦੀ ਬਖਸ਼ਿਸ਼ ਕਰਦੇ ਨੇ। ਤੇਰੇ ਅੰਦਰ ਨਿਰਮਾਨਤਾ ਕਿੰਨੀ ਕਾਵੇ, ਤੇਰਾ ਗੁਰੂ ਤੈਨੂੰ ਪੂਰਨੇ ਪਾ ਕੇ ਦੱਸਦਾ ਪਿਆ ਹੈ। ਮਹਾਰਾਜ ਸਾਹਿਬ ਕਹਿੰਦੇ ਨਾ ਕੋ ਬੈਰੀ ਨਹੀਂ ਬਗਾਨਾ, ਕਿਉਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਧੀਰ ਮੱਲ ਨੇ ਗੋਲੀ ਚਲਾ ਦਿੱਤੀ ਆ। ਸੱਚੀ ਸਰਕਾਰ ਬਚਨ ਕਰਦੇ ਹੋਏ ਆ ਗਏ ਨੇ। ਆ ਕੇ ਸੱਚੀ ਸਰਕਾਰ ਔਰ ਕੋਠੇ ਦੇ ਉੱਪਰ ਹਵਾ ਲਈ ਚੜ ਗਏ। ਕਿਸੇ ਕੋਲ ਗੱਲ ਨਹੀਂ ਕੀਤੀ ਕਿ ਗੋਲੀ ਚੱਲ ਗਈ ਆ। ਔਰ ਸੱਚੀ ਸਰਕਾਰ ਆਏ ਤੇ ਇੱਥੇ ਧੀਰ ਮੱਲ ਫੇਰ ਨਹੀਂ ਰੁਕਿਆ। ਸ਼ੀਹਾਂ ਮਸੰਦ ਕਹਿਣ ਲੱਗਾ, ਕਹਿੰਦਾ ਧੀਰ ਮੱਲਾ ਅੱਜ ਬਾਜੀ ਹੱਥੋਂ ਨਾ ਨਿਕਲ ਜਾਵੇ, ਜੇ ਇਹ ਬਚ ਗਏ ਤੇ ਆਪਣਾ ਬਚਣਾ ਮੁਸ਼ਕਲ ਹੀ। ਚੱਲ ਹੁਣ ਫਿਰ ਦੁਬਾਰਾ ਚੱਲ ਇਹਦੇ ਘਰ ਵਿੱਚ। ਤੇ ਸੱਚੀ ਸਰਕਾਰ ਅੱਜ ਉੱਪਰ ਖੜੇ ਸਨ। ਪਿਆਰਿਓ ਗੋਲੀ ਚੱਲਣ ਦੀ ਆਵਾਜ਼ ਸੁਣੀ, ਔਰ ਜਦੋਂ ਪਹਿਲੀ ਗੋਲੀ ਚਲਾਉਂਦੇ ਨੇ ਤੇ ਇੰਨੇ ਨੂੰ ਮਾਂ ਨਾਨਕੀ ਉੱਪਰ ਆ ਗਈ। ਪਤਾ ਲੱਗਿਆ ਪੁੱਤਰ ਤੇ ਗੋਲੀ ਚੱਲ ਗਈ ਤੇ ਅੱਗੇ ਆ ਕੇ ਖੜ ਗਈ। ਧੀਰ ਮੱਲਾ ਤੈਨੂੰ ਜਰਾ ਵੀ ਲੱਜਾ ਨਹੀਂ ਆਉਂਦੀ? ਜੇ ਦੁਨਿਆਵੀ ਤੌਰ ਤੇ ਦੇਖੀਏ ਔਰ ਤੂੰ ਰਿਸ਼ਤੇਦਾਰੀ 'ਚ ਪੁੱਤਰਾਂ ਦੀ ਥਾਂ ਤੇ ਲੱਗਦਾ ਹੈ, ਇਹ ਚਾਚਾ ਤੇਰੇ ਬਾਪ ਦੀ ਥਾਂ ਤੇ ਲੱਗਦਾ ਹੈ, ਤੈਨੂੰ ਲੱਜਾ ਨਹੀਂ ਆਈ ਇਹਨਾਂ ਤੇ ਗੋਲੀ ਚਲਾਉਂਦੇ ਆ? ਔਰ ਚਲਿਆ ਜਾ। ਔਰ ਪਿਆਰਿਓ ਸੱਚੀ ਸਰਕਾਰ ਦੇ ਔਰ ਕੋਠੇ ਦੇ ਉੱਪਰ ਜਿਹੜੀ ਗੋਲੀ ਚੱਲੀ ਨਾ, ਉਹ ਮੱਥੇ ਦਾ ਨਿਸ਼ਾਨਾ ਲਿਆ ਸੀ ਤੇ ਥੋੜੀ ਜੀ ਮੱਥੇ ਨਾਲ ਘਿਸਰਦੀ ਲੰਘ ਗਈ
ਤੇ ਉਥੋਂ ਖੂਨ ਵਗਿਆ। ਮਾਤ ਨਾਨਕੀ ਜਿਹੜੀ ਪੁੱਤਰ ਨੂੰ ਪਾਲ ਕੇ ਤੁਰੀ ਸੀ ਅੱਗੇ ਹੋ ਗਈ। ਜਦੋਂ ਇੱਥੇ ਆ ਕੇ ਗੋਲੀ ਚੱਲੀ ਨਾ ਤੇ ਸੰਗਤ ਨੂੰ ਪਤਾ ਲੱਗ ਗਿਆ। ਇਹ ਸ਼ੀਹਾਂ ਮਸੰਦ ਤੇ ਧੀਰਮਲ ਭੱਜ ਗਏ ਆਪਣੇ ਡੇਰੇ। ਜਦੋਂ ਚਲੇ ਗਏ ਤੇ ਇੰਨੇ ਨੂੰ ਇੱਕ ਸਿੱਖ ਨੇ ਜਾ ਕੇ ਔਰ ਮੱਖਣ ਸ਼ਾਹ ਨੂੰ ਦੱਸ ਦਿੱਤਾ, ਮੱਖਣ ਸ਼ਾਹ ਜਿਹੜੇ ਗੁਰੂ ਨੂੰ ਮੂੰਹ ਤੇ ਕਾਲਖ ਮਲ ਕੇ ਪ੍ਰਗਟ ਕਰਕੇ ਆਏ ਹੈ ਉਹਦੇ ਤੇ ਗੋਲੀ ਚੱਲ ਗਈ। ਤੇ ਕਈ ਸੱਜਣ ਕਹਿੰਦੇ ਆ ਇਤਿਹਾਸਕਾਰ, ਮੱਖਣ ਸ਼ਾਹ ਬੈਠਾ ਭੋਜਨ ਛਕਦਾ ਸੀ, ਜਦੋਂ ਕਿਹਾ ਗੁਰੂ ਤੇ ਗੋਲੀ ਚੱਲ ਗਈ। ਮੱਖਣ ਸ਼ਾਹ ਦੇ ਔਰ ਸ਼ਾਹ ਰਗ ਤੋਂ ਅੱਗੇ ਬੁਰਕੀ ਨਾ ਨੰਗੀ ਔਰ ਮੇਰੇ ਕੋਲ 500 ਜਵਾਨ ਸੂਰਬੀਰ ਤੇ ਮੇਰੇ ਗੁਰੂ ਤੇ ਗੋਲੀ ਚੱਲ ਜਾਵੇ। ਉੱਥੋਂ ਜਿਉਂ ਤੁਰਿਆ ਛੱਡਿਆ ਸਭ ਕੁਝ। ਮੱਖਣ ਸ਼ਾਹ ਨੇ 500 ਸੂਰਬੀਰ ਆਪਣਾ ਨਾਲ ਲਿਆ। ਇਹ ਵਪਾਰੀ ਸੀ, ਇਹਦੇ ਨਾਲ 500 ਆਦਮੀ ਰਹਿੰਦਾ ਸੀ ਔਰ ਤਾਇਨਾਤ, ਔਰ ਉਹ ਨਾਲ ਲਿਆ। ਤੇ ਮੱਖਣ ਸ਼ਾਹ ਇੱਧਰ ਨੂੰ ਨਹੀਂ ਆਇਆ। ਪਤਾ ਲੱਗਾ ਧੀਰਮਲ ਤੇ ਸ਼ੀਂਹ ਮਸੰਦ ਨੇ ਗੋਲੀ ਚਲਾਈ ਆ, ਸਿੱਧਾ ਉਹਦੇ ਡੇਰੇ ਗਿਆ। ਸਭ ਭੱਜ ਗਏ ਤੇ ਕੇਵਲ ਹੱਥੀਂ ਆਏ। ਔਰ ਪਿਆਰਿਓ, ਸ਼ੀਹਾਂ ਮਸੰਦ ਧੀਰਮਲ ਔਰ ਧੀਰਮਲ ਨੇ ਕਿਹਾ, ਮੱਖਣ ਸ਼ਾਹ ਦੇਖੀ ਗੋਲੀ ਨਾ ਚਲਾਈ ਔਰ ਤੂੰ ਗੋਲੀ ਨਾ ਚਲਾ ਦੇਵੀਂ, ਸਾਨੂੰ ਮਾਰ ਨਾ ਦੇਵੀਂ। ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ, ਤੂੰ ਫਿਰ ਵੀ ਗੁਰੂ ਕਾ ਖੂਨ ਨੇ, ਮੇਰੇ ਗੁਰੂ ਦਾ ਹੁਕਮ ਨਹੀਂ ਹੋਇਆ। ਔਰ ਸ਼ੀਂਹ ਮਸੰਦ ਦੀਆਂ ਮੁਸ਼ਕਾਂ ਬੰਨੀਆਂ ਮੱਖਣ ਸ਼ਾਹ ਨੇ ਤੇ ਔਰ ਧੀਰਮਲ ਨੂੰ ਅੱਗੇ ਲਾਇਆ। ਉਹਦੇ ਕਰਿੰਦਿਆਂ ਦੇ ਸਿਰ ਤੇ ਸਾਰਾ ਸਮਾਨ ਉਹ ਰੱਖਿਆ ਜਿਹੜਾ ਘਰ ਦਾ ਲੁੱਟ ਕੇ ਲੈ ਗਿਆ ਸੀ। ਗੁਰੂ ਘਰ ਦਾ ਜੋ ਕੁਝ ਵੀ ਸੰਗਤ ਦਾ ਆਇਆ, ਉਹਦੇ ਘਰ ਦਾ ਵੀ ਮੱਖਣ ਸ਼ਾਹ ਸਮਾਨ ਬੰਨ ਲਿਆਇਆ ਤੇ ਲਿਆ ਕੇ ਕਿਹਾ, ਸਤਿਗੁਰੂ ਮੈਨੂੰ ਬਖਸ਼ ਦੇਵੀਂ। ਔਰ ਮੇਰਾ ਹੱਕ ਸੀ ਕਿ ਤੇਰੇ ਕੋਲ ਖਲੋਂਦਾ ਔਰ ਮੇਰੀ ਗੁਸਤਾਖੀ ਹੋਈ ਮੇਰੇ ਤੋਂ, ਮੈਂ ਚਲਾ ਗਿਆ ਤੇ ਮਹਾਰਾਜ ਗੋਲੀ ਚੱਲ ਗਈ, ਗੁਨਾਹਗਾਰਾਂ ਨੂੰ ਮੈਂ ਪਕੜ ਕੇ ਲੈ ਕੇ ਆਇਆ। ਸੱਚੀ ਸਰਕਾਰ ਕਹਿਣ ਲੱਗੀ, ਮੱਖਣ ਸ਼ਾਹ ਔਰ ਛੱਡ ਦੇ, ਖੋਲ ਦੇ ਇਹਨਾਂ ਦੀਆਂ ਮੁਸ਼ਕਾਂ। ਮਹਾਰਾਜ ਆ ਲੁੱਟਿਆ ਆਇਆ ਧਨ ਵੀ। ਕਹਿਣ ਲੱਗੀ ਮੱਖਣ ਸ਼ਾਹ ਇਹ ਧਨ ਹੀ ਸਾਰਾ ਪਵਾੜੇ ਦੀ ਜੜ ਹੈ ਔਰ ਅਸੀਂ ਨਾਮ ਧਨ ਅੰਦਰ ਪਾ ਲਿਆ ਹੈ, ਜਿਹਨੂੰ ਬਾਹਰ ਦੇ ਧਨ ਦੀ ਲੋੜ ਨਹੀਂ। ਮੱਖਣ ਸ਼ਾਹ ਔਰ ਤੂੰ ਇਹ ਸਭ ਕੁਝ ਇਹਨਾਂ ਨੂੰ ਮੋੜ ਦੇ। ਗੁਰੂ ਨੇ ਬੁਰੇ ਨਾਲ ਵੀ ਭਲਾ ਕਰਦਾ ਹੈ ਔਰ ਉਹਨੇ ਬੁਰਾ ਕੀਤਾ, ਗੋਲੀਆਂ ਚਲਾਈਆਂ। ਮਹਾਰਾਜ ਕਹਿੰਦੇ ਮੱਖਣ ਸ਼ਾਹ ਇਹਨਾਂ ਦੀਆਂ ਮੁਸ਼ਕਾਂ ਖੋਲ ਦੇ, ਜਿਹੜਾ ਲੁੱਟਿਆ ਸਮਾਨ ਇਹਨਾਂ ਦਾ ਹੈ ਉਹ ਵੀ ਦੇ ਤੇ ਜਿਹੜਾ ਇੱਥੋਂ ਲੁੱਟ ਕੇ ਲੈ ਗਏ ਉਹ ਵੀ ਵਾਪਸ ਦੇ ਦੇ। ਇਹ ਗੁਰੂ ਦੀ ਦਇਆ, ਗੁਰੂ ਦੀ ਦਿਆਲਤਾ ਜੇ, ਹਰ ਸਭ ਕੁਝ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਰੂਪ ਸੀ ਉਹ, ਔਰ ਵਿਦਵਾਨ ਸੱਜਣ ਕਹਿੰਦੇ ਨੇ ਉਹ ਨਾ ਦਿੱਤਾ ਗਿਆ। ਔਰ ਇੱਥੋਂ ਸਤਿਗੁਰੂ ਮਹਾਰਾਜ ਗੁਰੂ ਪ੍ਰਗਟ ਹੋਏ, ਚੱਲਦੇ ਹੋਏ ਸੱਚੀ ਸਰਕਾਰ ਆਪਣੀ ਜਨਮ ਭੂਮੀ ਤੇ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਔਰ ਅੰਮ੍ਰਿਤਸਰ ਸਾਹਿਬ ਉਸ ਵੇਲੇ ਔਰ ਪਿਆਰਿਓ ਬਾਬੇ ਪ੍ਰਿਥੀਏ ਦਾ ਪੁੱਤਰ ਮਿਹਰਬਾਨ ਸੀ, ਮਿਹਰਬਾਨ ਦਾ ਪੁੱਤਰ ਹਰ ਜੀ ਔਰ ਪ੍ਰਬੰਧ ਕਰਦਾ ਸੀ, ਅੱਗੇ ਮੁਸੰਦ ਕਰਦੇ ਸਨ। ਔਰ ਇਹਨੇ ਹਰ ਜੀ ਨੇ ਦੇਖਿਆ ਔਰ ਪ੍ਰਿੰਸੀਪਲ ਭਗਤ ਸਿੰਘ ਹੀਰਾ ਉਹਨਾਂ ਨੇ ਇਸ ਗੱਲ ਨੂੰ ਕੋਟ ਕੀਤਾ। ਕਹਿੰਦੇ ਇਹ ਹਰ ਜੀ ਵੀ ਬੜਾ ਚਤਰ ਸੀ, ਜਿਵੇਂ ਬਾਬਾ ਪ੍ਰਿਥੀਆ ਵਲਛਲ ਕਰਦਾ ਸੀ, ਮਿਹਰਬਾਨ ਵੀ ਕਰਦਾ ਰਿਹਾ ਤੇ ਜਿਹੜਾ ਇਹ ਹਰ ਜੀ ਸੀ ਇਹ ਵੀ ਕਰਦਾ ਰਿਹਾ। ਔਰ ਹਰ ਜੀ ਨੇ ਜਿਹੜੇ ਆ ਨਾ ਗੁਰਬਾਣੀ ਦਾ ਟੀਕਾ ਵੀ ਕੀਤਾ ਹੈ, ਉਹ ਵੀ ਮਿਲਦਾ ਹੈ। ਔਰ ਪਰ ਇਹ ਬੜਾ ਚਲਾਕ ਸੀ, ਇਹਨੇ ਕੀ ਕੀਤਾ, ਮੁਸੰਦਾਂ ਨੂੰ ਕਹਿ ਦਿੱਤਾ ਆਪ ਗੁਰੂ ਕੋਲ ਗਿਆ। ਜਦੋਂ ਗੁਰੂ ਸਾਹਿਬ ਅਕਾਲ ਤਖਤ ਸਾਹਿਬ ਦੇ ਕੋਲ ਆਏ, ਆਪਣੇ ਪੁੱਤਰ ਗੋਪਾਲ ਨੈਣ ਨੂੰ ਲੈ ਕੇ ਆਇਆ। ਹਰ ਜੀ ਜਿਹੜਾ ਆ ਔਰ ਬਾਬੇ ਪ੍ਰਿਥੀਏ ਦਾ ਪੁੱਤਰ ਹੈ ਤੇ ਪੜਪੋਤਾ ਹੈ ਗੋਪਾਲ ਨੈਣ ਨੂੰ ਨਾਲ ਲੈ ਕੇ ਆਇਆ। ਤੇ ਆਉਂਦਿਆਂ ਨੂੰ ਉਹਨਾਂ ਨੇ ਅਗੋ ਕਵਾੜ ਦਰਸ਼ਨੀ ਡਿਊੜੀ ਦੇ ਬੰਦ ਕਰ ਦਿੱਤੇ, ਦਰਵਾਜ਼ੇ ਲਾ ਕੇ ਪੁਜਾਰੀ ਭੱਜ ਗਏ ਕਿਤੇ ਅੰਦਰ ਨਾ ਵੜ ਜਾਣ। ਕਹਿੰਦਾ ਮਹਾਰਾਜ ਪੁਜਾਰੀ ਤਾਂ ਲਾ ਕੇ ਦਰਵਾਜ਼ੇ ਚਲੇ ਗਏ,
ਸੱਚੀ ਸਰਕਾਰ ਉੱਥੇ ਬੈਠੇ ਨੇ। ਦੀਨ ਦੁਨੀ ਦੇ ਮਾਲਕ ਮੁਸਕਰਾਉਂਦੇ ਹੋਏ ਤੇ ਤੁਰਦਿਆਂ ਹੋਇਆਂ ਬਚਨ ਕਹਿ ਦਿੱਤੇ। ਕਹਿਣ ਲੱਗੇ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤ੍ਰਿਸ਼ਨਾ ਦੀ ਅਗਨੀ ਨਾਲ ਅੰਦਰੋਂ ਸੜੇ ਹੋਏ ਹੋ। ਨਹਿ ਮੁਸੰਦ, ਤੁਸੀਂ ਇਹ ਮੁਸੰਦ ਨਹੀਂ, ਤੁਸੀਂ ਤਾਂ ਈਰਖਾ ਦੇ ਸੜੇ ਹੋਏ ਹੋ। ਬਚਨ ਕਹੇ ਤੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਬਾਹਰ ਨੂੰ ਆਏ ਨੇ। ਸੱਚੀ ਸਰਕਾਰ ਨੂੰ ਨੇ ਬਾਹਰ ਆ ਕੇ ਔਰ ਜਿਹੜਾ ਸੀ ਆਸਣ ਲਾਇਆ ਦੂਰੀ ਤੇ। ਕੁਝ ਮਾਈਆਂ ਨੂੰ ਪਤਾ ਲੱਗਾ ਹੈ, ਉਹ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਈਆਂ। ਮਹਾਰਾਜ ਤੁਸੀਂ ਬਚਨ ਕਹਿਆ, ਬਖਸ਼ ਲਓ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵਰ ਦਿੱਤਾ, ਮਾਈਆਂ ਰੱਬ ਰਜਾਈਆਂ। ਉਹਨਾਂ ਨੂੰ ਬਖਸ਼ਿਸ਼ਾਂ ਕਰਕੇ ਉਹ ਬਚਨ ਸਾਰੇ ਅੰਮ੍ਰਿਤਸਰ ਲਈ ਨਹੀਂ ਸੀ, ਉਹਨਾਂ ਮੁਸੰਦਾਂ ਵਾਸਤੇ ਸੀ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰ ਲਏ। ਮਹਾਰਾਜ ਨੂੰ ਵੇਖ ਕੇ ਮਸੰਦਾਂ ਨੇ ਔਰ ਬਾਹਰੋਂ ਮਸੰਦ ਸਿੱਖ ਦਿਸਦੇ ਸਨ ਔਰ ਪਿਆਰਿਓ ਅੰਦਰੋਂ ਸਿੱਖੀ ਹੈ ਨਹੀਂ ਸੀ। ਮਸੰਦ ਮਨਸਬ ਸ਼ਬਦ ਤੋਂ ਬਣਿਆ ਮਸੰਦ ਹੈ। ਔਰ ਜਿਹੜਾ ਬਾਦਸ਼ਾਹ ਦਾ ਤਖਤ ਸੀ ਨਾ ਵੱਡਾ, ਉਹਨੂੰ ਔਰੰਗ ਕਹਿੰਦੇ ਸਨ। ਔਰੰਗ ਤੇ ਛੋਟਾ ਉਹਨੂੰ ਥੱਲੇ ਬਹਿਣ ਵਾਲਾ ਜਿਹੜਾ ਤਖਤ ਸੀ ਨਾ, ਉਹਨੂੰ ਮਨਸਦ ਕਹਿੰਦੇ ਸਨ। ਉਹਦੇ ਤੋਂ ਬਣਿਆ ਹੋਇਆ ਵੱਡਾ ਗੁਰੂ, ਛੋਟਾ ਸਿੱਖ, ਉਹਦੇ ਤੋਂ ਬਣਿਆ ਹੋਇਆ ਮਨਸਦ ਸ਼ਬਦ ਤੋਂ ਬਣਿਆ ਹੋਇਆ ਮਸੰਦ ਸ਼ਬਦ ਹੈ। ਔਰ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਖ ਨਹੀਂ ਕਿ ਅੱਗੇ ਜਾ ਕੇ ਪ੍ਰਚਾਰ ਕਰਨ ਵਾਲੇ, ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ ਹੋ, ਮੱਚੇ ਹੋ, ਕਵਾੜ ਬੰਦ ਕਰ ਲਏ। ਅੱਜ ਵੀ ਬਹੁਤਾਤ ਅੰਦਰ ਬਾਹਰੋਂ ਤਾਂ ਸਿੱਖ ਦਿਸਦੇ ਨੇ, ਅੰਦਰ ਗੁਰੂ ਦੇ ਗੁਰਮਤ ਕੋ ਨਹੀਂ, ਗੁਰਮਤ ਵੱਲੋਂ ਦਰਵਾਜ਼ੇ ਬੰਦ ਕੀਤੇ ਹੋਏ ਨੇ। ਸੱਚੀ ਸਰਕਾਰ ਉੱਥੇ ਆਏ ਨੇ। ਇੱਥੋਂ ਮਹਾਰਾਜ ਵੱਲੇ ਪਿੰਡ ਗਏ ਨੇ। ਉੱਥੇ ਸਤਿਗੁਰਾਂ ਨੇ ਕਿਹਾ, ਵੱਲਾ ਗੁਰੂ ਕਾ ਗੱਲਾ। ਸੱਚੀ ਸਰਕਾਰ ਅੱਗੇ ਗਏ। ਇੱਥੋਂ ਕਹਿੰਦੇ ਨੇ ਬਿਆਸਾ ਨੂੰ ਪਾਰ ਕੇ ਦਿਆ। ਤੇ ਇੱਥੇ ਆ ਕੇ ਜਦੋਂ ਉੱਥੇ ਠਹਿਰੇ, ਕਿਸ਼ਤੀਆਂ ਜੇ ਆਈਆਂ ਨਹੀਂ ਸਨ, ਤੇ ਦੇਖਿਆ ਪਾਲਕੀ ਕਾਦੀ ਨਾਲ ਲਈ ਆਉਂਦੇ ਨੇ ਸਿੱਖ। ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਰੂਪ ਹੈ। ਜਦੋਂ ਪੁੱਛਿਆ, ਕਹਿੰਦੇ ਮਹਾਰਾਜ ਇਹ ਵੱਡੇ ਸਤਿਗੁਰਾਂ ਦੀ ਬਾਣੀ ਆ ਔਰ ਆਪ ਜੀ ਦਾ ਖਜ਼ਾਨਾ ਹੈ। ਤੇ ਸੱਚੀ ਸਰਕਾਰ ਇਹ ਧੀਰ ਮੱਲ ਤੋਂ ਮੱਖਣ ਸ਼ਾਹ ਲੈ ਆਇਆ ਸੀ। ਕਹਿਣ ਲੱਗੇ, ਮੱਖਣ ਸ਼ਾਹ ਤੈਨੂੰ ਬੇਟਾ ਕਿਹਾ ਸੀ ਸਭ ਕੁਝ ਮੋੜ ਦੇ, ਇਹ ਉਹਦੇ ਕੋਲ ਭੇਜੋ। ਕੌਣ ਜਾਵੇ? ਕਹਿੰਦੇ ਧੀਰ ਮੱਲ ਨੂੰ ਸੁਨੇਹਾ ਭੇਜ ਦਿਓ, ਦਰਿਆ ਤੋਂ ਆ ਕੇ ਲੈ ਜਾਵੇਗਾ। ਇਹਨਾਂ ਬਚਨਾਂ ਨੂੰ ਔਰ ਖਾਸ ਕਰ ਔਰ ਸ਼੍ਰੀਮਾਨ ਸੰਤ ਗਿਆਨੀ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕੋਟ ਕੀਤਾ ਹੈ, ਜਿਹੜੇ ਮੈਂ ਆਪ ਦੇ ਸਾਹਮਣੇ ਰੱਖਣ ਲੱਗਾ। ਔਰ ਉਹ ਲਿਖਦੇ ਨੇ, ਕਹਿਣ ਲੱਗੇ ਫਿਰ ਕੀ ਕੀਤਾ ਕਿ ਉਹ ਦਰਿਆ ਨੂੰ ਸਰੂਪ ਸੌਂਪ ਦਿੱਤਾ ਕਿ ਦਰਿਆ ਇੱਥੇ ਧੀਰ ਮੱਲ ਆਵੇ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਉਦੋਂ ਉੱਪਰ ਆ ਜਾਵੇ। ਦਰਿਆ ਨੇ ਤਹਿਆਂ ਦੇ ਵਿੱਚ ਪਾਣੀ ਦੀਆਂ ਦੇ ਸੰਭਾਲਿਆ ਉਹਨੂੰ, ਉਸ ਸਵਰੂਪ ਨੂੰ, ਤੇ ਸਾਰਾ ਵਹੀਰ ਲੰਘਿਆ। ਸੁਨੇਹਾ ਮਿਲਿਆ, ਸ਼ੇਹ ਮਸੰਦ ਨੇ ਕਿਹਾ ਧੀਰ ਮੱਲ ਨੂੰ, ਕਹਿੰਦਾ ਨਹੀਂ ਐਵੇਂ ਤੈਨੂੰ ਖੱਜਲ ਖੁਆਰੀ ਕਰਨਗੇ। ਤੇ ਧੀਰ ਮੱਲ ਨੇ ਕਿਹਾ ਇੱਕ ਗੱਲ ਯਾਦ ਰੱਖੀ, ਗੁਰੂ ਤੇਗ ਬਹਾਦਰ ਸਾਹਿਬ ਕਦੇ ਝੂਠ ਨਹੀਂ ਬੋਲਦੇ। ਉਹਨਾਂ ਸੁਨੇਹਾ ਭੇਜਿਆ ਔਰ ਤੇ ਧੀਰ ਮੱਲ ਨੇ ਨੂੰ ਸ਼ੇਹ ਨੇ ਕਿਹਾ ਉਹ ਪਾਣੀ ਵਿੱਚੋਂ ਕਿੱਥੇ ਮਿਲੇ। ਹੁਣ ਸਾਡੇ ਵੀ ਅੱਧਿਆਂ ਦੇ ਸ਼ੰਕਾ ਚੱਲਦਾ ਨਾ, ਪਾਣੀ ਵਿੱਚੋਂ ਕਿੱਥੇ ਮਿਲੇ। ਤੇ ਪਾਣੀ ਕਿਵੇਂ ਚੱਲਦਾ ਹੈ? ਗੁਰੂ ਦੇ ਹੁਕਮ ਵਿੱਚ, ਔਰ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ, ਜਲ ਨਹੀਂ ਡੋਬੈ ਔਰ ਭਾਏ ਨਾ ਸਾਕੇ ਜਲ ਹੈ, ਤਸਕਰ ਨਹੀਂ ਲੇਵੈ। ਜਲ ਨਹੀਂ ਡੋਬੈ ਔਰ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਲ। ਪਾਣੀ ਮੁੱਕਦੀ ਗੱਲ ਹੈ, ਪਾਣੀ ਡੂਬਦਾ ਨਹੀਂ, ਅੱਗ ਸਾੜਦੀ ਨਹੀਂ, ਚੋਰ ਚਰਾ ਨਹੀਂ ਸਕਦਾ। ਜੇ ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਹੈ ਕਿ ਤੂੰ ਦਰਿਆ ਇਹ ਸਵਰੂਪ ਧੀਰ ਮੱਲ ਨੂੰ ਦੇਣਾ ਹੈ। ਤੇ ਕਹਿਣ ਲੱਗੇ, ਔਰ ਜਦੋਂ ਧੀਰ ਮੱਲ ਆਇਆ, ਕਦੇ ਇੱਧਰ ਵੇਖਦਾ ਕਦੇ ਉੱਧਰ ਵੇਖਦਾ ਹੈ। ਔਰ ਪਿਆਰਿਓ ਕਹਿੰਦਾ, ਸ਼ੀਹਾਂ ਕਿ ਤੈਨੂੰ ਐਵੇਂ ਝੂਠ ਬੋਲ ਦਿੱਤਾ, ਮੈਂ ਤਾਂ ਤੈਨੂੰ ਕਿਹਾ ਸੀ। ਕਹਿੰਦੇ ਕੋਈ ਦਾਨਾ ਮਸਤਾਨਾ ਫਿਰਦਾ ਉੱਥੇ ਫਕੀਰ ਆ ਗਿਆ। ਕਹਿੰਦਾ ਕੀ ਕਰਦੇ ਹੋ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਗਏ ਇਹਨੂੰ
ਇੱਥੇ ਸਰੂਪ ਪਾਣੀ ਦੇ ਵਿੱਚ ਦਰਿਆ ਤੋਂ ਆ ਕੇ ਲੈ ਲਈ। ਦੱਸੋ ਕਦੇ ਦਰਿਆ ਨੇ ਸਰੂਪ ਦਿੱਤੇ ਨੇ? ਪਤਾ ਨਹੀਂ ਕਿੱਥੇ ਰੋੜ ਕੇ ਲੈ ਗਿਆ ਹੋਵੇਗਾ। ਤੇ ਉਹ ਦਾਨਾ ਮਸਤਾਨਾ ਫਕੀਰ ਕਹਿੰਦਾ ਓਏ ਗੁਰੂ ਦਾ ਬਚਨ ਆ, ਇਹ ਹੋ ਨਹੀਂ ਸਕਦਾ, ਅਰਦਾਸ ਕਰ, ਅੰਦਰ ਦਾ ਕਪਟ ਛੱਡ ਕੇ ਮੇਰਾ ਗੁਰੂ ਕਿਰਪਾ ਕਰੇਗਾ, ਗੁਰੂ ਦਾ ਬਚਨ ਹੀ। ਕਹਿੰਦੇ ਅਰਦਾਸ ਕੀਤੀ, ਉਥੋਂ ਸਰੂਪ ਦਰਿਆ ਨੇ ਉੱਪਰ ਲਿਆਂਦਾ। ਔਰ ਉਹ ਲਿਖਦੇ ਨੇ ਸ਼੍ਰੀਮਾਨ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਕਿ ਜਿਨ੍ਹਾਂ ਅੰਗਾਂ ਦੇ ਉੱਪਰ ਔਰ ਕੋਈ ਵੀ ਅਕਸ਼ਰ ਨਹੀਂ ਸੀ ਨਾ ਉਕਰਿਆ ਹੋਇਆ, ਉਹਨਾਂ ਨੂੰ ਸਿੱਲ ਪਹੁੰਚੀ ਸੀ ਪਾਣੀ ਦੀ, ਬਾਕੀ ਨਹੀਂ ਕਿਸੇ ਨੂੰ ਵੀ ਉਹ ਸਰੂਪ ਮਿਲਿਆ। ਤੇ ਉੱਥੇ ਅੱਜ ਗੁਰਦੁਆਰੇ ਦਾ ਨਾਮ ਗੁਰਦੁਆਰਾ ਇਮਾਨਤ ਸਾਹਿਬ ਹੈ। ਇਮਾਨਤ ਸਾਹਿਬ ਉਸ ਅਸਥਾਨ ਦਾ ਨਾਮ ਜਿੱਥੇ ਇਹ ਸਰੂਪ ਦਰਿਆ ਵਿੱਚੋਂ ਮਿਲਿਆ, ਅਮਾਨਤਸਰ ਸਾਹਿਬ ਉਸ ਅਸਥਾਨ ਦਾ ਨਾਮ ਹੈ। ਖੈਰ ਸੱਚੀ ਸਰਕਾਰ ਇੱਥੋਂ ਚੱਲਦੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਆਏ ਨੇ। ਇੱਥੇ ਆ ਕੇ ਬਾਬਾ ਸੂਰਜਮਲ ਦੀ ਸੰਤਾਨ ਰਹਿੰਦੀ ਸੀ, ਉਹਨਾਂ ਨਾਲ ਮੇਲ ਮਿਲਾਪ ਹੋਇਆ। ਸੱਚੀ ਸਰਕਾਰ ਇੱਥੋਂ ਮਾਤ ਨਾਨਕੀ ਨਾਲ ਏ ਤੇ ਪਿਆਰਿਓ ਔਰ ਬੀਬੀ ਹਰੀ ਨਾਲ ਆ। ਜਿਹੜੀ ਬੀਬੀ ਹਰੀ ਆ ਨਾ, ਇਹ ਸੂਰਜਮਲ ਦੀ ਪੁੱਤਰੀ ਸੀ। ਇੱਥੋਂ ਇਹ ਨਾਲ ਤੁਰੀ ਤੇ ਜਿਹੜਾ ਸੀ ਨਾ ਰਾਜਾ ਦੀਪ ਚੰਦ, ਉਹ ਚੜ੍ਹਾਈ ਕਰ ਗਿਆ ਸੀ। ਰਾਜਾ ਦੀਪ ਚੰਦ ਰਾਜਾ ਤਾਰਾ ਚੰਦ ਦਾ ਪੁੱਤਰ ਹੈ। ਰਾਜਾ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਚੋਂ ਕਢਾਇਆ ਸੀ। ਤੇ ਤਾਰਾ ਚੰਦ ਦਾ ਪੁੱਤਰ ਦੀਪ ਚੰਦ, ਤੇ ਦੀਪ ਚੰਦ ਦਾ ਅੱਗੇ ਪੁੱਤਰ ਰਾਜਾ ਭੀਮ ਚੰਦ ਹੈ, ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਆ ਕੇ ਔਰ ਪਿਆਰਿਓ ਉਹਨਾਂ ਨੇ ਔਰ ਘਰ ਨੂੰ ਪਰਿਵਾਰ ਨੂੰ ਔਰ ਅੱਡੀ ਚੋਟੀ ਦਾ ਮਾਰਨ ਤੇ ਜ਼ੋਰ ਲਾਉਂਦਾ ਹੈ ਅੱਗੇ। ਔਰ ਉਹਨੇ ਸੁਨੇਹਾ ਭੇਜਿਆ ਸੀ, ਮਹਾਰਾਜ ਇੱਥੋਂ ਪਰਿਵਾਰ ਸਮੇਤ ਗਏ ਨੇ, ਜਾ ਕੇ ਉਹਦੇ ਘਰ ਵਾਲੀ ਚੰਪਾ ਰਾਣੀ ਜਿਹੜੀ ਹੈ ਉਹਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੱਥੇ ਰਹੋ, ਨਗਰੀ ਵਸਾਓ ਤੇ ਤੁਸੀਂ ਕਿਰਪਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਠੀਕ ਹੈ, ਤੇ ਕਹਿਣ ਲੱਗੇ ਜਿੰਨੀ ਜ਼ਮੀਨ ਚਾਹੀਦੀ ਲੈ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ, ਅਸੀਂ ਮੁੱਲ ਖਰੀਦ ਕੇ ਜ਼ਮੀਨ ਬੈਠਾਂਗੇ। ਔਰ ਪਿਆਰਿਓ ਜਦੋਂ ਨਾ ਹੋਇਆ ਤੇ ਔਰ ਸਾਰੀ ਉਹਨੇ ਕਿਹਾ ਨਹੀਂ ਮਹਾਰਾਜ ਸੇਵਾ ਵਿੱਚ, ਕਹਿੰਦੇ ਸੇਵਾ ਵਿੱਚ ਨਹੀਂ, ਦਾਨ ਵਿੱਚ ਦਿੱਤੀ ਜ਼ਮੀਨ ਤੇ ਅਸੀਂ ਘਰ ਨਹੀਂ ਬਣਾਉਣਾ। ਸੱਚੀ ਸਰਕਾਰ ਨੇ ਉਹ ਜ਼ਮੀਨ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਲਿਖਿਆ 2200 ਰੁਪਏ ਤੇ, ਔਰ ਪ੍ਰਿੰਸੀਪਲ ਔਰ ਭਗਤ ਸਿੰਘ ਹੀਰਾ ਉਹਨਾਂ ਨੇ ਲਿਖਿਆ 500 ਰੁਪਏ ਤੇ। ਇੱਕ ਹੋਰ ਵਿਦਵਾਨ ਨੇ ਲਿਖਾ ਲੱਖ ਤੋਂ ਅੱਗੇ ਪਹੁੰਚਾਤਾ। ਖੈਰ ਮੁੱਕ ਦੀ ਗੱਲ, ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਨੇ ਕਿ ਜਿੰਨੀ ਆਨੰਦਪੁਰੀ ਦੀ ਜਗ੍ਹਾ ਹੈ ਨਾ, ਉਹ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਰਾਜਾ ਦੀਪ ਚੰਦ ਦੀ ਰਾਣੀ ਭੀਮ ਚੰਦ ਦੀ ਮਾਂ ਤੋਂ ਮੁੱਲ ਖਰੀਦੀ ਹੋਈ ਸੀ। ਉਹਨੇ ਪਟਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਲਿਖਿਆ। ਸਾਰੀ ਤਿਆਰੀ ਕਰਾਈ ਗਈ ਤੇ ਤਿਆਰੀ ਕਰਾ ਕੇ ਉਹਦਾ ਨੀਂਹ ਪੱਥਰ ਰੱਖਿਆ। ਤੇ ਜਦੋਂ ਨੀਂਹ ਪੱਥਰ ਰੱਖਿਆ, ਤਿਆਰੀ ਹੋ ਗਈ, ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਵਾਜ਼ ਮਾਰੀ, ਭਾਈ ਗੁਰਦਿੱਤਾ ਜੀ ਆਓ। ਇਹ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਦੀ ਅੰਸ਼ ਬੰਸ਼ ਦੇ ਵਿੱਚੋਂ ਮਹਾਂਪੁਰਸ਼ ਹੈ, ਔਰ ਉਹਨਾਂ ਤੋਂ ਆਪ ਨੀਂਹ ਦੀ ਰਖਾਈ ਤੇ ਇਸ ਨਗਰ ਦਾ ਪਹਿਲਾ ਨਾਮ ਰੱਖਿਆ, ਮਾਖੋਵਾਲ ਦੀ ਧਰਤੀ ਸੀ, ਇਹਦਾ ਨਾਮ ਰੱਖਿਆ ਗਿਆ ਚੱਕ ਨਾਨਕੀ, ਆਪਣੀ ਮਾਤਾ ਦੇ ਨਾਂ ਤੇ। ਤੇ ਉਸ ਵੇਲੇ ਵਿਦਵਾਨਾਂ ਦਾ ਮਤ ਆ ਕਿ ਭੀਮ ਚੰਦ 8, 9, 10 ਸਾਲ ਦਾ ਇਹਦੇ ਕਰੀਬ ਸੀ, ਇੰਨੀ ਕੁ ਉਮਰ ਦਾ ਸੀ ਭੀਮ ਚੰਦ ਜਿਹੜਾ ਸੀ। ਉਹ ਦੇਖੋ ਦਾਦੇ ਨੇ ਉਪਕਾਰ ਕੀਤਾ ਤੇ ਪੋਤਾ ਜਿਹੜਾ ਹੈ ਉਹ ਇਹ ਕਰਦਾ। ਸੱਚੀ ਸਰਕਾਰ ਨੇ ਇਸ ਨਗਰੀ ਨੂੰ ਆਬਾਦ ਕੀਤਾ ਹੈ। ਇੱਥੇ ਸਾਰੇ ਸੁੱਖਾਂ ਨਾਲ ਵਸਣ ਲੱਗੇ ਔਰ ਬੜੇ ਪ੍ਰੇਮ ਨਾਲ ਰਹਿੰਦੇ ਨੇ। ਜਦੋਂ ਇਹ ਨਗਰੀ ਆਬਾਦ ਹੁੰਦੀ ਗਈ, ਐਸਾ ਸਮਾਂ ਚੱਲਦਾ ਆਉਂਦਾ ਹੈ ਔਰ ਸੱਚੀ ਸਰਕਾਰ ਇੱਥੇ ਸਾਹਿਬਜ਼ਾਦੇ ਗੋਬਿੰਦ ਰਾਏ ਨੇ ਆਪਣੇ ਚਰਨਾਂ ਦੇ ਨਾਲ
ਇਹ ਧਰਤੀ ਦੇ ਚੱਪੇ ਚੱਪੇ ਤੇ ਬੜੇ ਕੌਤਕ ਕੀਤੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਤਕ ਆਪਾਂ ਉਹਨਾਂ ਦੇ ਅਵਤਾਰ ਪੁਰਬ ਦੇ ਨਾਲ ਜਦੋਂ ਵਿਚਾਰ ਕਰਾਂਗੇ ਉਦੋਂ ਆਪਾਂ ਇਹਨਾਂ ਜਿਹੜਾ ਸਮਝਾਂਗੇ। ਔਰ ਗੁਰੂ ਤੇਗ ਬਹਾਦਰ ਮਹਾਰਾਜ ਸੰਗਤਾਂ ਨੂੰ ਇੱਥੇ ਤਾਰਦੇ ਨੇ, ਉਪਦੇਸ਼ ਦਿੰਦੇ ਨੇ। ਔਰ ਪਿਆਰਿਓ ਇੱਧਰੋਂ ਔਰ ਜਿਹੜਾ ਬਾਦਸ਼ਾਹ ਔਰੰਗਜ਼ੇਬ ਉਹਨੇ ਜ਼ੁਲਮ ਦੀ ਹਨੇਰੀ ਠਾਈ ਹੋਈ ਆ, ਉਹ ਜ਼ੁਲਮ ਦੀ ਹਨੇਰੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਮਰਦੇ ਆ ਰਹੇ, ਰਗੜੀ ਦੇ ਜਾ ਰਹੇ, ਇਹਨੇ ਸਭ ਤੋਂ ਪਹਿਲਾਂ ਔਰ ਜਿਹੜਾ ਇਲਾਕਾ ਆ ਔਰ ਮਾਰਦਿਆਂ ਹੋਇਆਂ ਔਰ ਕਸ਼ਮੀਰ ਨੂੰ ਚੁਣਿਆ। ਕਿ ਕਸ਼ਮੀਰ ਨੂੰ ਹੀ ਕਿਉਂ ਔਰੰਗਜ਼ੇਬ ਨੇ ਚੁਣਿਆ? ਕਸ਼ਮੀਰ ਦੇ ਪੰਡਤ ਵਿਦਵਾਨ ਸਨ, ਕਿ ਜੇ ਵਿਦਵਾਨ ਔਰ ਸਲਾਮ ਵਿੱਚ ਆ ਜਾਣਾ ਤੇ ਦੂਜੀ ਜਿਹੜੀ ਆਵਾਮ ਹੈ, ਦੂਜੀ ਲੋਕਾਈ ਆ, ਇਹਨਾਂ ਦੇ ਬੋਲਾਂ ਨੂੰ ਸੁਣ ਕੇ ਇਹਨਾਂ ਨੂੰ ਸੁਣਨ ਵਾਲੇ ਲੋਕ ਆਪਣੇ ਆਪ ਇਸਲਾਮ ਨੂੰ ਕਬੂਲ ਕਰ ਲੈਣਗੇ। ਕਸ਼ਮੀਰ ਤੇ ਇਹਨੇ ਜਿਹੜਾ ਹੁਕਮ ਦਾਇਰ ਕੀਤਾ, ਕਸ਼ਮੀਰ ਦਾ ਸੂਬੇਦਾਰ ਪਹਿਲਾਂ ਸੈਫ ਅਲੀ ਖਾਨ ਸੀ, ਉਹਨੂੰ ਲਾ ਕੇ ਇਹਨੇ ਫਿਰ ਪਿਆਰਿਓ ਔਰ ਜਿਹੜਾ ਸੀ ਸੂਬੇਦਾਰ ਸ਼ੇਰ ਅਫਗਾਨ ਨੂੰ ਲਾਇਆ, ਔਰ ਕਿ ਜਾ ਕੇ ਹੁਕਮ ਚੜਾ ਉਹਨੇ ਤਸ਼ੱਦਦ ਕਰਨਾ ਆਰੰਭ ਕੀਤਾ। ਇਹ ਜ਼ੁਲਮ ਦੀ ਹਨੇਰੀ ਨੇ ਲੋਕਾਂ ਨੂੰ ਇੰਨਾ ਕੁ ਸਤਾਇਆ, ਇਹਨੇ ਲਾਲਚ ਦਿੱਤੇ, ਲਾਲਚ ਲੈ ਕੇ ਕੋਈ ਇਸਲਾਮ ਵਿੱਚ ਆ ਜਾਵੇ, ਔਰ ਅੱਧੇ ਤੋਂ ਵੱਧ ਲੋਕ ਆ ਗਏ, ਔਰ ਕੁਝ ਨੂੰ ਧਮਕਾਇਆ। ਜਦੋਂ ਨਾ ਕੋਈ ਮੰਨਿਆ ਤੇ ਜਿਹੜਾ ਧਮਕਾਉਣ ਨਾਲ ਡਰਾਉਣ ਨਾਲ ਨਾ ਮੰਨਿਆ, ਉਹਨੂੰ ਮੌਤ ਦੇ ਘਾਟ ਉਤਾਰਿਆ। ਜਦੋਂ ਰੋਜ਼ ਬੇਅੰਤ ਲੋਕ ਮਾਰੇ ਜਾਣ ਲੱਗੇ, ਔਰ ਹਰ ਜਨੋਂ ਗਲ ਦੇ ਵਿੱਚੋਂ ਲੈਂਦਾ ਸੀ ਗਰਦਨ ਉਤਾਰ ਕੇ, ਇੱਥੋਂ ਤੱਕ ਕਿ ਬੇਅੰਤ ਲੋਕ ਮਰਨ ਲੱਗੇ। ਤੇ ਉਸ ਵੇਲੇ ਕਹਿ ਲੱਗੇ ਕਿ ਪਿਆਰਿਓ, ਜਿਹਦਾ 2 ਆਨੇ ਜੰਨੂ ਦਾ ਭਾਰ ਸੀ, ਇੰਨੀਆਂ ਮੌਤਾਂ ਹੋਣ ਲੱਗੀਆਂ ਕਿ 1.25 ਮਣ ਜੰਨੂ ਰੋਜ਼ ਉਤਾਰੇ ਜਾਂਦੇ, ਔਰ ਲੋਕ ਇੰਨੇ ਮਾਰੇ ਜਾਂਦੇ ਜਿਹਦਾ 2 ਪੈਸੇ 3 ਪੈਸੇ ਵਜ਼ਨ ਸੀ, ਔਰ ਉਹ ਉਤਾਰੇ ਜਾਂਦੇ ਨੇ। ਹੁਣ ਉਹ ਪੰਡਤਾਂ ਨੇ, ਕਸ਼ਮੀਰੀਆਂ ਨੇ ਇਕੱਠੇ ਹੋ ਕੇ ਔਰ ਸ਼ੇਰ ਅਫਗਾਨ ਨਾਲ ਗੱਲਬਾਤ ਕਰ ਦਿੱਤੀ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਏ। ਜਦੋਂ ਨੇ ਕਿਹਾ ਜਾਂ ਇਸਲਾਮ ਤੇ ਜਾਂ ਮੌਤ, ਉਹਨਾਂ ਨੇ ਕਿਹਾ ਸਾਨੂੰ 6 ਮਹੀਨਿਆਂ ਦਾ ਵਕਬਾ ਦਿੱਤਾ ਜਾਏ, ਅਸੀਂ ਕੁਝ ਯਾਤਰਾ ਕਰ ਲਈਏ, ਫਿਰ ਜੋ ਤੂੰ ਤਰਜੀਹ ਦਿੱਤੀ ਮੰਨ ਲਵਾਂਗੇ। ਹੁਣ ਉਹ ਪੰਡਤ ਕਸ਼ਮੀਰੀ ਕਿਵੇਂ ਚੱਲਦੇ ਨੇ, ਕਿਵੇਂ ਆਨੰਦਪੁਰੀ ਵਿੱਚ ਉਹ ਆਉਂਦੇ ਨੇ, ਤੇ ਆਨੰਦਪੁਰੀ ਤੋਂ ਕਿਵੇਂ ਗੁਰੂ ਔਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਔਰ ਦਿੱਲੀ ਵੱਲ ਨੂੰ ਚੱਲਦੇ ਨੇ। ਔਰ ਉਸ ਪ੍ਰਸੰਗ ਨੂੰ ਆਪਾਂ ਸਮੇਂ ਦੇ ਦਾਇਰੇ ਅੰਦਰ ਰਹਿੰਦੇ ਹਾਂ ਕੱਲ ਦੇ ਸਮੇਂ ਅੰਦਰ ਅੱਗੇ ਫਿਰ ਔਰ ਵਾਚਨ ਦਾ ਯਤਨ ਕਰਾਂਗੇ। ਔਰ ਗੁਰੂ ਕਿਰਪਾ ਕਰੇ, ਗੁਰੂ ਤੇਗ ਬਹਾਦਰ ਮਹਾਰਾਜ ਮਿਹਰ ਕਰਨ, ਸਾਨੂੰ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਸਮੱਤ ਬਖਸ਼ਣ। ਅਸੀਂ ਅੰਦਰ ਦੇ ਦਰਵਾਜ਼ੇ ਭੇੜੀਏ ਨਾ, ਅੰਦਰ ਲੱਗੀ ਕਾਲਖ ਨੂੰ ਉਤਾਰਨ ਦਾ ਯਤਨ ਕਰੀਏ। ਨਾਮ ਨਾਲ ਗੁਰੂ ਦੀ ਬਾਣੀ ਨੂੰ ਪੜ੍ਹੀਏ, ਗੁਰੂ ਦੇ ਪਾਏ ਪੂਰਨਿਆਂ ਤੇ ਚੱਲੀਏ, ਗੁਰੂ ਦੇ ਕਹੇ ਅਨੁਸਾਰ ਸਭਨਾਂ ਦਾ ਭਲਾ ਮਨਾਈਏ। ਤੇ ਜਿਹੜੇ ਪਿਤਾ ਨੇ ਇੰਨਾ ਕੁਝ ਕੀਤਾ ਹੈ ਨਾ, ਔਰ ਕਮ ਸੇ ਕਮ ਉਹਦੇ ਪੁੱਤਰ ਨੇ ਜਿਹੜਾ ਸਾਨੂੰ ਮਾਰਗ ਦਿੱਤਾ ਹੈ ਨਾ, ਔਰ ਖੰਡੇ ਬਾਟੇ ਦੀ ਪੌ ਲੈ ਕੇ ਔਰ ਗੁਰੂ ਕੇ ਖਾਲਸੇ ਬਣ ਜਾਈਏ, ਗੁਰੂ ਨਾਲ ਜੁੜ ਜਾਈਏ, ਫਿਰ ਸਾਡਾ ਆਇਆ ਸਫਲਾ। ਅੱਜ ਦਾ ਇਤਿਹਾਸ ਵਾਚਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਮੇਰੇ ਸਾਹਿਬ ਦੇ ਬੋਲ ਜਾਣ ਕੇ ਗੁਰੂ ਕੀ ਸੰਗਤ ਨੇ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਆਪ ਸੰਗਤ ਦੇ ਦਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।